ਗੁਰਮਲਕੀਤ ਸਿੰਘ ਕਾਲੋ ਦੀ ਕਹਾਣੀ ਕਰਾਮਾਤੀ ਥੱਪੜ। ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦਿੰਦੇ ਸਨ। ਨਾਲਾਇਕ ਵਿਦਿਆਰਥੀਆਂ ਦੇ ਮਨਾਂ ਵਿੱਚ ਐਸੀ ਚਿਣਗ ਬਾਲ ਦਿੰਦੇ ਕਿ ਸਾਲ 2 ਸਾਲਾਂ ਵਿੱਚ ਉਹ ਚੰਗੇ ਨੰਬਰ ਲੈਣ ਲੱਗਦੇ। ਮਾਨਸਿਕ ਤੌਰ ਤੇ ਸਮੇਂ ਦੇ ਹਾਣੀ ਬਣਾਉਣ ਤੇ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਬਣਾਉਣ ਲਈ ਉਹ ਵਿਦਿਆਰਥੀਆਂ ਨੂੰ ਵਿਸ਼ਾ ਮਾਹਿਰਾਂ ਦੇ ਰੂਬਰੂ ਕਰਾਉਂਦੇ ਰਹਿੰਦੇ। ਇੰਜ ਜਵਾਨੀ ਵੱਲ ਪੈਰ ਪੁੱਟਦੇ ਮੁੰਡੇ ਕੁੜੀਆਂ ਸਰੀਰਕ ਜਾਣਕਾਰੀ ਪ੍ਰਤੀ ਰੁਚਿਤ ਹੋਣ ਲੱਗਦੇ। ਮਾਸਟਰ ਜੀ ਸਮਝਦੇ ਸਨ ਕਿ ਬਹੁਤੇ ਸਕੂਲਾਂ ਵਿੱਚ ਚੜ੍ਹਦੀ ਉਮਰੇ ਲੜਕੀਆਂ ਦੀਆਂ ਸਰੀਰਕ ਕਿਰਿਆਵਾਂ ਵਿੱਚ ਹੋਣ ਵਾਲੇ ਬਦਲਾਵਾਂ ਬਾਰੇ ਉਹਨਾਂ ਨੂੰ ਅਗਾਊਂ ਸਿੱਖਿਅਕ ਕਰਨ ਦੀ ਜ਼ਰੂਰਤ ਨੂੰ ਗੌਲਿਆ ਨਹੀਂ ਜਾਂਦਾ। ਇਸੇ ਲਈ ਉਹਨਾਂ ਇਹ ਜ਼ਿੰਮੇਵਾਰੀ ਮੈਡਮ ਪਰਮਜੀਤ ਨੂੰ ਸੌਂਪ ਦਿੱਤੀ ਤੇ ਰੋਜ਼ ਦਾ ਇੱਕ ਪੀਰੀਅਡ ਇਸ ਵਾਸਤੇ ਦੇ ਦਿੱਤਾ ਸੀ। ਉਸ ਪੀਰੀਅਡ ਵਿੱਚ ਹਰ ਕੁੜੀ ਬੇਝਿਜਕ ਹੋ ਕੇ ਮਨ ਦੇ ਸਵਾਲ ਮੈਡਮ ਤੋਂ ਪੁੱਛ ਸਕਦੀ। ਕੁੜੀਆਂ ਦੀ ਝਿਜਕ ਲਾਉਣ ਲਈ ਮੈਡਮ ਉਹਨਾਂ ਦੀ ਗੱਲ ਇਕੱਲਿਆਂ ਸੁਣਦੇ ਤੇ ਆਪਣਾ ਜਤਾ ਕੇ ਉਹਨਾਂ ਦੇ ਮਨਾਂ ਤੋਂ ਝਾਕਾ ਲਾ ਲੈਂਦੇ। ਮੈਡਮ ਨੂੰ ਕੁੜੀਆਂ ਦੇ ਮਨਾਂ ਵਿੱਚ ਨਵੀਆਂ ਗੱਲਾਂ ਸਿੱਖਣ ਦਾ, ਜਗਿਆਸੂ ਦੀਵਾ ਬਾਲਣ ਦਾ ਢੰਗ ਵੀ ਆਉਂਦਾ ਸੀ। ਸਕੂਲ ਦੀਆਂ ਸਭ ਕੁੜੀਆਂ ਦੇ ਮਨਾਂ ਵਿੱਚ ਮੈਡਮ ਪਰਮਜੀਤ ਨਾਲ ਅਪਣੱਤ ਵਾਲੀ ਸੋਚ ਤੇ ਸਾਂਝ ਬਣ ਜਾਂਦੀ। ਹਰਮੀਤ ਨੇ 10ਵੀਂ ਉਸੇ ਸਕੂਲ ਤੋਂ ਕੀਤੀ ਸੀ। ਅਗਲੀ ਪੜ੍ਹਾਈ ਲਈ ਉਸਨੇ ਪਿੰਡੋਂ ਦੂਰ ਸ਼ਹਿਰ ਵਾਲੇ ਕਾਲਜ ਵਿੱਚ ਦਾਖਲ ਹੋਣਾ ਸੀ। ਮਾਂ ਪਿਓ ਹਰਮੀਤ ਨੂੰ ਅੱਗੋਂ ਪੜ੍ਹਾਉਣਾ ਚਾਹੁੰਦੇ ਸਨ, ਪਰ ਰੋਜ਼ ਛਪਦੀਆਂ ਤੇ ਸੁਣੀਂਦੀਆਂ ਬੁਰੀਆਂ ਖਬਰਾਂ ਉਹਨਾਂ ਨੂੰ ਦੁਚਿੱਤੀ ਵਿੱਚ ਪਾਉਂਦੀਆਂ। ਉਹ ਧੀ ਦੇ ਨਤੀਜੇ ਤੋਂ ਬਾਅਦ ਉਸਦੇ ਭਵਿੱਖ ਅਤੇ ਤੌਖਲਿਆਂ ਨੂੰ ਤੱਕੜੀ ਦੇ ਪੱਲਿਆਂ ਵਿੱਚ ਤੋਲਣ ਲੱਗ ਜਾਂਦੇ। ਹਰ ਵਾਰ ਉਹਨਾਂ ਮੂਹਰੇ ਧੀ ਦੇ ਚੰਗੇ ਭਵਿੱਖ ਵਾਲਾ ਪੱਲੜਾ ਭਾਰੀ ਹੋ ਜਾਂਦਾ। ਉਸ ਦਿਨ ਗਰਮੀ ਸਿਖਰ ਤੇ ਸੀ। ਖੇਤਾਂ ਵਿੱਚੋਂ ਆ ਕੇ ਪ੍ਰੀਤਮ ਵਿਹੜੇ ਵਾਲੀ ਨਿੰਮ ਦੇ ਤਣੇ ਨਾਲ ਜੋੜ ਕੇ ਡੱਠੇ ਹੋਏ ਤਖਤ ਪੋਸ਼ ਤੇ ਬੈਠ ਗਿਆ। ਮਹਿੰਦਰ ਕੌਰ ਪਾਣੀ ਲੈ ਕੇ ਆਈ ਤਾਂ ਉਸਨੇ ਜੱਗ ਗਲਾਸ ਪਾਸੇ ਰਖਵਾ ਕੇ ਉਸਨੂੰ ਕੋਲੇ ਬਿਠਾ ਲਿਆ। ਕੀ ਗੱਲ ਆ ਮਿੱਤੋ ਦੇ ਡੈਡੀ, ਅੱਜ ਭੰਗ ਤੇ ਨਹੀਂ ਪਿਆਤੀ ਕਿਸੇ ਨੇ? ਔਰ ਨਹੀਂ ਕਰਮਾਂ ਵਾਲੀਏ, ਹਰੇ ਪੱਤਿਆਂ ਵਾਲੀ ਭੰਗ ਤਾਂ ਨਹੀਂ ਪੀਤੀ, ਪਰ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਵਾਲੀ ਭੰਗ ਆਪਣੇ ਮਨ ਵਿੱਚ ਜ਼ਰੂਰ ਬੀਜ ਲਈ ਹੈ, ਜਿਸ ਦਾ ਨਸ਼ਾ ਹੁਣ ਸਾਨੂੰ ਉਡਾਈ ਫਿਰਿਆ ਕਰੂ। ਪ੍ਰੀਤਮ ਸਹਿਜ ਸੁਭਾਅ ਬੋਲ ਗਿਆ। ਧੀ ਦੇ ਸੁਪਨਿਆਂ ਵਾਲੀ ਗੱਲ ਤੋਂ ਮਹਿੰਦਰੋਂ ਨੇ ਸਮਝਿਆ ਕਿਸੇ ਚੰਗੇ ਰਿਸ਼ਤੇ ਦੀ ਦੱਸ ਪਈ ਹੋ। ਮੀਤੋ ਲਈ ਉਹ ਪਤੀ ਦੀਆਂ ਅੱਖਾਂ 'ਚ ਉਸਦੀ ਗੱਲ ਦੀ ਰਮਝ ਪੜਨ ਲੱਗੀ, ਪਰ ਸੋਈ ਰਿਸ਼ਤੇ ਵਾਲੀ ਗੱਲ ਤੋਂ ਅਗਾਂਹ ਨਹੀਂ ਸੀ ਤੁਰ ਰਹੀ। ਪ੍ਰੀਤਮ ਸਿੰਘ ਨਿੰਮ ਨਾਲ ਢੋਲ ਆ ਕੇ ਲੱਤਾਂ ਨਿਸਾਰ ਕੇ ਆਰਾਮ ਨਾਲ ਬੈਠ ਗਿਆ। ਉਹ ਹੈਰਾਨ ਵੀ ਸੀ ਕਿ ਮਹਿੰਦਰੋਂ ਨੇ ਅਗਲਾ ਸਵਾਲ ਅਜੇ ਪੁੱਛਿਆ ਕਿਉਂ ਨਹੀਂ। ਆਪਾਂ ਮੀਤੋ ਨੂੰ ਉਦੋਂ ਤੱਕ ਪੜ੍ਹਾਵਾਂਗੇ ਜਦੋਂ ਤੱਕ ਉਹ ਆਪ ਨਾ ਨਹੀਂ ਕਰੂਗੀ। ਪ੍ਰੀਤਮ ਸਿੰਘ ਦੇ ਮਨ ਦੀ ਗੱਲ ਜ਼ੁਬਾਨ ਤੇ ਆ ਗਈ। ਮੀਤੋ ਦੇ ਡੈਡੀ, ਇੰਨਾ ਖਰਚਾ ਕਰ ਲਾਂਗੇ ਆਪਾਂ? ਹੋਰ 4 ਸਾਲਾਂ ਨੂੰ ਬੱਬੀ ਨੇ 10ਵੀਂ ਕਰ ਲੈਣੀ ਆ। ਸੁੱਖ ਨਾਲ ਲਾਡੇ ਨੂੰ ਅਗਲੀ ਸਾਲ ਹਾਈ ਸਕੂਲ ਪਾਉਣਾ ਪੈਣਾ। ਉਂਝ ਮਹਿੰਦਰੋ ਦੇ ਕਦੇ ਕਦੇ ਮਨ ਵਿੱਚ ਸੋਹਣੇ ਜਿਹੇ ਦਫ਼ਤਰ ਵਿਚਲੀ ਵੱਡੀ ਸਾਰੀ ਕੁਰਸੀ ਉੱਤੇ ਬੈਠੀ ਆਪਣੀ ਧੀ ਦਾ ਅਕਸ ਵੀ ਉੱਭਰਦਾ ਸੀ। ਉਧਰ ਪ੍ਰੀਤਮ ਸਿੰਘ ਅੱਜ ਪਤਨੀ ਨੂੰ ਸਾਰਾ ਕੁਝ ਦੱਸਣ ਦੇ ਰੋਹ ਵਿੱਚ ਸੀ। ਇਸ ਤੋਂ ਪਹਿਲਾਂ ਕਿ ਉਹ ਅਗਲਾ ਸਵਾਲ ਕਰਦੀ, ਉਹ ਦੱਸਣ ਲੱਗਾ। ਅੱਜ ਮੀਤੋ ਦੇ ਸਕੂਲ ਵਾਲੀ ਮੈਡਮ ਦਾ ਫੋਨ ਆਇਆ ਸੀ। ਉਸਨੇ ਮੇਰੇ ਉਹ ਸਾਰੇ ਭੁਲੇਖੇ ਦੂਰ ਕਰਤੇ ਜੋ ਅਸੀਂ ਕੁੜੀਆਂ ਬਾਰੇ ਸੁਣਦੇ ਰਹਿੰਦੇ ਹਾਂ। ਉਹਦਾ ਸਾਡੀ ਧੀ ਤੇ ਏਡਾ ਵੱਡਾ ਭਰੋਸਾ ਸੁਣ ਕੇ ਮੇਰੀਆਂ ਤਾਂ ਅੱਖਾਂ ਹੀ ਅੱਜ ਖੁੱਲ੍ਹੀਆਂ। 4 ਸਾਲ ਪੜ੍ਹਾਉਣ ਵਾਲੀ ਮੈਡਮ ਨੂੰ ਸਾਡੀ ਮੀਤੋ ਤੇ ਇੰਨਾ ਭਰੋਸਾ, ਪਰ ਆਪਾਂ ਮਾਂ ਪਿਓ ਹੋ ਕੇ ਡਰੀ ਜਾਂਦੇ ਸੀ। ਮੈਂ ਕੱਲ੍ਹ ਪਰਸੋਂ ਆੜਤੀ ਕੋਲ ਜਾਊਂਗਾ ਤੇ ਮੀਤੋ ਨੂੰ ਸਕੂਟਰੀ ਲੈ ਦਿਆਂਗੇ। ਮੈਡਮ ਕਹਿੰਦੀ ਸੀ ਕਿ ਅਗਲੇ ਸੋਮਵਾਰ ਨੂੰ ਕਾਲਜਾਂ ਦੇ ਦਾਖਲੇ ਖੁੱਲ੍ਹ ਜਾਣੇ ਆ। ਪ੍ਰੀਤਮ ਨੇ ਸਾਰੀ ਵਿਉਂਤਬੰਦੀ ਪਤਨੀ ਨਾਲ ਸਾਂਝੀ ਕਰ ਲਈ ਤਾਂ ਕਿ ਕੁੜੀ ਦੀ ਮਾਂ ਦੇ ਮਨ ਵਿੱਚ ਕੋਈ ਤੌਖਲਾ ਬਾਕੀ ਨਾ ਰਹੇ। ਨਿੰਮ ਦੀ ਸੰਘਣੀ ਛਾਂ ਹੇਠ ਬੈਠ ਕੇ ਬੱਚਿਆਂ ਦੇ ਭਵਿੱਖ ਦੀ ਵਿਉਂਤਬੰਦੀ ਕਰਦਿਆਂ ਦੋਹਾਂ ਨੂੰ ਪਤਾ ਹੀ ਨਾ ਲੱਗਾ ਕਿ ਢਲਦੇ ਪਰਛਾਵੇਂ ਕਿੰਨੇ ਲੰਬੇ ਹੋ ਗਏ ਸਨ। ਮਹਿੰਦਰੋ ਕਾਹਲੀ ਵਿੱਚ ਉੱਠੀ ਤੇ ਚੁੱਲ੍ਹੇ 'ਤੇ ਪੱਕ ਰਹੀ ਸਬਜ਼ੀ ਨੂੰ ਵੇਖਦਿਆਂ ਰੋਟੀਆਂ ਲਾਉਣ ਲੱਗ ਪਈ। ਉਸ ਤੋਂ ਪਹਿਲਾਂ ਉਹ ਅੰਦਰ ਜਾ ਕੇ ਵੇਖ ਆਈ ਸੀ ਕਿ ਮੀਤੋ ਸੁੱਤੀ ਪਈ ਸੀ। ਲੈ ਮੇਰੀ ਲਾਡੋ ਭੁੱਖਣ ਪਾਣੀ ਸੌ ਗਈ, ਮੈਨੂੰ ਆਵਾਜ਼ ਹੀ ਮਾਰ ਲੈਂਦੀ। ਤੇ ਉਹ ਆਪਣੇ ਆਪ ਨੂੰ ਹੋਰ ਕਿੰਨਾ ਕੁਝ ਕਹਿ ਗਈ। ਅਗਲੇ 2-3 ਦਿਨ ਮਹਿੰਦਰੋ ਧੀ ਦੀਆਂ ਕਾਲਜ ਦੀਆਂ ਤਿਆਰੀਆਂ ਵਿੱਚ ਰੁੱਝ ਗਈ। ਹਰਮੀਤ ਨੂੰ ਕਾਲਜ ਜਾਣ ਦੇ ਚਾਅ ਦੇ ਨਾਲ ਇਹ ਵੀ ਚੰਗਾ ਲੱਗ ਰਿਹਾ ਸੀ ਕਿ ਉੱਥੇ ਵਰਦੀ ਵਾਲਾ ਟੰਟਾ ਮੁੱਕ ਜਾਣਾ।
ਦਾਖਲੇ ਖੁੱਲ੍ਹਦਿਆਂ ਹੀ ਪਿਓ ਧੀ ਕਾਲਜ ਗਏ ਤੇ ਰਸਮੀ ਫਾਰਮ ਭਰ ਕੇ ਫੀਸ ਜਮ੍ਹਾਂ ਕਰਵਾ ਦਿੱਤੀ। ਸ਼ਹਿਰੋਂ ਮੁੜਦੇ ਹੋਏ ਉਹ ਸਕੂਟਰੀ ਖਰੀਦ ਲਿਆਏ। 2 ਦਿਨਾਂ ਵਿੱਚ ਪ੍ਰੀਤਮ ਨੇ ਹਰਮੀਤ ਦੇ ਹੱਥ ਸਿੱਧੇ ਕਰਵਾ ਦਿੱਤੇ। ਇਸ ਦੇ ਨਾਲ ਹੀ ਧੀ ਦੇ ਆਉਣ ਜਾਣ ਦਾ ਫਿਕਰ ਮੁੱਕ ਗਿਆ। ਹਰ ਕਲਾਸ ਵਿੱਚ ਹਰਮੀਤ ਚੰਗੇ ਨੰਬਰ ਲੈ ਕੇ ਪਾਸ ਹੁੰਦੀ। ਉਹ ਕਾਲਜ ਦੀਆਂ ਹੋਰ ਗਤੀਵਿਧੀਆਂ ਵਿੱਚ ਹਿੱਸੇਦਾਰ ਬਣਦੀ। ਸਾਲ ਦਰ ਸਾਲ ਉਹਨਾਂ ਦੇ ਘਰ ਦੀ ਬੈਠਕ ਵਾਲੀ ਪਰਛੱਤੀ ਤੇ ਟਰਾਫੀਆਂ ਦੀ ਗਿਣਤੀ ਵੱਧਦੀ ਗਈ। ਪ੍ਰੀਤਮ ਸਿੰਘ ਪਿੰਡ ਵਿੱਚ ਸਿਰ ਉੱਚਾ ਕਰਕੇ ਤੁਰਨ ਲੱਗ ਪਿਆ। 5 ਸਾਲ ਕਦੋਂ ਲੰਘ ਗਏ ਉਹਨਾਂ ਨੂੰ ਪਤਾ ਹੀ ਨਾ ਲੱਗਾ। ਕਾਲਜ 'ਚੋਂ ਫਸਟ ਆਉਣ ਕਰਕੇ ਕਾਲਾ ਗਾਊਨ ਤੇ ਸਿਰ ਤੇ ਹੈਟ ਪਾ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੱਥੋਂ ਡਿਗਰੀ ਲੈਂਦੀ ਹਰਮੀਤ ਦੀ ਫੋਟੋ ਅਗਲੇ ਦਿਨ ਅਖਬਾਰਾਂ ਵਿੱਚ ਛਪੀ। ਚਾਹ ਵਿੱਚ ਖੀਵੇ ਹੋਏ ਮਾਪਿਆਂ ਦੇ ਪੈਰ ਪੁੰਜੇ ਨਹੀਂ ਲੱਗ ਰਹੇ ਸਨ। ਗ੍ਰੈਜੂਏਸ਼ਨ ਤੋਂ ਬਾਅਦ ਹਰਮੀਤ ਨੇ 1 ਸਾਲ ਬ੍ਰੇਕ ਲਾ ਕੇ ਅਗਲੇ ਕਦਮ ਦਾ ਫੈਸਲਾ ਲਿਆ ਸੀ। ਉਹ ਕੁਝ ਅਜਿਹਾ ਕਰਨ ਬਾਰੇ ਸੋਚਣ ਲੱਗੀ ਜਿਸ ਨਾਲ ਉਸ ਦੇ ਬਾਪ ਤੇ ਬਹੁਤ ਵਿੱਤੀ ਬੋਝ ਨਾ ਪਵੇ। ਪਰ ਉਸ ਦੀ ਅਖਬਾਰ ਵਿੱਚ ਛਪੀ ਫੋਟੋ ਤੋਂ ਬਾਅਦ ਉਸ ਦੇ ਰਿਸ਼ਤੇ ਦੀ ਗੱਲ ਹੋਣ ਲੱਗ ਪਈ। ਇੱਕ ਦਿਨ ਮਹਿੰਦਰੋ ਤੇ ਪ੍ਰੀਤਮ ਸਿੰਘ ਨੇ ਮੀਤੋ ਨੂੰ ਕੋਲ ਬਹਾ ਕੇ ਉਸ ਦਾ ਮਨ ਢੋਇਆ। ਹਰਮੀਤ ਨੇ ਆਪਣਾ ਮਨ ਮਾਪਿਆਂ ਮੂਹਰੇ ਫਰੋਲ ਦਿੱਤਾ। ਜਿਹੜਾ ਮੁੰਡਾ ਤੁਹਾਡੀ ਪਸੰਦ ਹੋਵੇ ਉਸ ਤੋਂ ਇਹ ਵਾਅਦਾ ਲੈ ਲਿਓ ਕਿ ਵਿਆਹ ਤੋਂ ਬਾਅਦ ਉਹ ਤੇ ਉਸਦੇ ਮਾਪੇ ਮੇਰੀ ਪੜ੍ਹਾਈ ਵਿੱਚ ਅੜਿੱਕੇ ਨਾ ਡਾਉਣ। ਹਰਮੀਤ ਦੀ ਹਾਂ ਤੋਂ ਬਾਅਦ ਰਿਸ਼ਤੇ ਦੀ ਪੁੱਛ ਦੱਸ ਵਧਣ ਲੱਗ ਪਈ। ਇੱਕ ਦਿਨ ਹਰਮੀਤ ਦੀ ਮਾਸੀ ਆਪਣੀ ਨਣਦ ਨੂੰ ਲੈ ਕੇ ਆ ਗਈ। ਮਾਸੀ ਪਹਿਲਾਂ ਤਾਂ ਨਣਦ ਦੇ ਪਰਿਵਾਰ ਦੀਆਂ ਸਿਫਤਾਂ ਦੇ ਪੁੱਲ ਬੰਦੀ ਰਹੀ ਤੇ ਆਖਰ ਅਸਲੀ ਗੱਲ ਤੇ ਆ ਗਈ। ਪ੍ਰੀਤਮ ਸਿੰਘ ਤੇ ਮਹਿੰਦਰੋਂ ਨੇ ਸੋਚਣ ਲਈ ਥੋੜਾ ਟਾਈਮ ਮੰਗੇ ਜਾਣ ਤੇ ਮਾਸੀ ਨੇ ਚੱਲ ਰਾਤ ਤੱਕ ਕਰ ਲਿਓ, ਜਿਸ ਨਾਲ ਸਲਾਹ ਕਰਨੀ ਹੈ ਤੇ ਸਵੇਰੇ ਜਾ ਕੇ ਮੁੰਡਾ ਵੇਖ ਲਿਓ ਵਾਲਾ ਹੁਕਮ ਚਾੜਦਿਆਂ ਦੱਸ ਦਿੱਤਾ ਕਿ ਉਹ ਰਾਤ ਰਹਿਣਗੇ। ਲਿਹਾਜ਼ਦਾਰੀ ਸੁਭਾਅ ਵਾਲੇ ਪ੍ਰੀਤਮ ਸਿੰਘ ਨੇ ਵੱਡੀ ਸਾਲੀ ਦਾ ਮਾਣ ਰੱਖਣ ਬਾਰੇ ਸੋਚ ਕੇ ਅਗਲੇ ਦਿਨ ਮੁੰਡੇ ਤੇ ਝਾਤੀ ਮਾਰਨ ਦੀ ਹਾਂ ਕਰ ਦਿੱਤੀ। ਰਾਤ ਨੂੰ ਦੋਹਾਂ ਜੀਆਂ ਨੇ ਫਿਰ ਧੀ ਦਾ ਮਨ ਢੋਇਆ ਤੇ ਅਗਲੇ ਦਿਨ ਮਿਸੇ ਸਮੇਂ ਉਹ ਹਮੀਰੇ ਪਹੁੰਚ ਗਏ। ਦੋਵੇਂ ਜੀ ਇਹ ਤਾਂ ਸੋਚ ਕੇ ਆਏ ਸੀ ਕਿ ਜੇ ਕੋਈ ਵੱਡੀ ਖਰਾਬੀ ਨਾ ਹੋਈ ਤੇ ਪਛਾਣ ਹੀ ਹਟਿਆ ਜਾਣਾ। ਹਰਮੀਤ ਦੀ ਵੇਖਾ ਵਿਖਾਈ ਬਾਰੇ ਮੁੰਡੇ ਕੁਲਵਿੰਦਰ ਨੇ ਇਹ ਕਹਿ ਕੇ ਤਸੱਲੀ ਕਰਵਾਈ ਕਿ ਉਸਨੇ ਹਰਮੀਤ ਨੂੰ ਗਿੱਧਾ ਮੁਕਾਬਲੇ ਵਿੱਚ ਵੇਖਿਆ ਹੋਇਆ। ਰਿਸ਼ਤੇ ਦੀ ਪੱਕ ਠੱਕ ਕਰਕੇ ਵਧਾਈਆਂ ਲੈਂਦੇ ਹੋਏ ਉਹ ਘਰ ਆਏ ਤੇ ਮੀਤੋ ਨੂੰ ਸਾਰਾ ਕੁਝ ਦੱਸ ਦਿੱਤਾ। ਕੁਝ ਦਿਨ ਬਾਅਦ ਮੀਤੋ ਦੀ ਮਾਸੀ ਆਈ ਤੇ ਮੁੰਡੇ ਵਾਲਿਆਂ ਦੀਆਂ ਸਿਫਤਾਂ ਦੇ ਢੇਰ ਲਾਉਂਦਿਆਂ ਵਿਆਹ ਮੌਕੇ ਉਹਨਾਂ ਦਾ ਨੱਕ ਰੱਖਣਾ ਮਨਾਉਣ ਲੱਗੀ। ਮਿਲਣੀਆਂ ਕਿੰਨੀਆਂ ਤੇ ਕੀ ਪਾਉਣਾ, ਕਾਰ ਕਿਹੜੀ ਦਿਓਗੇ, ਬਰਾਤ ਦੀ ਸੇਵਾ ਤੇ ਹੋਰ ਲੱਟੜ ਪਟੜ ਕਿੜਾਉਣ ਲੱਗ ਪਈ। 16 ਲੱਖ ਤੋਂ ਕੁਝ ਹੇਠਾਂ ਆ ਕੇ ਉਹ 10 ਲੱਖ ਵਾਲੀ ਕਾਰ ਤੇ ਅੜ ਗਈ। ਵਿਆਹ ਵਿੱਚ ਦੇਣ ਲੈਣ ਤਾਂ ਪ੍ਰੀਤਮ ਸਿੰਘ ਨੇ ਪਹਿਲਾਂ ਸੋਚੇ ਹੋਏ ਸੀ, ਰਹਿੰਦੇ ਉਸ ਦੀ ਸਾਲੀ ਪੱਕੀ ਕਰ ਗਈ। ਪਰ ਸਾਲੀ ਤੋਂ ਵਿਆਹ ਆਉਂਦੀ ਹਾੜੀ ਸਾਂਭਣ ਤੋਂ ਬਾਅਦ ਕਰਨ ਦੀ ਹਾਂ ਉਸਨੇ ਕਰਵਾ ਲਈ। ਕੁਲਵਿੰਦਰ ਨੇ ਮਾਮੀ ਨੂੰ ਪੱਕਿਆ ਕੀਤਾ ਸੀ ਕਿ ਹਰਮੀਤ ਦਾ ਨੰਬਰ ਲੈ ਕੇ ਆਵੇ ਤੇ ਪਰ ਜੋਗਿੰਦਰੋਂ ਨੇ ਲੱਗਦੇ ਹੱਥ ਭੈਣ ਤੇ ਜੀਜੇ ਤੋਂ ਦੋਹਾਂ ਦੀ ਗੱਲਬਾਤ ਦੀ ਹਾਮੀ ਭਰਵਾ ਲਈ। ਭੈਣ ਬਣੋਈਏ ਤੋਂ ਸ਼ਰਤਾਂ ਮਨਵਾ ਕੇ ਜੋਗਿੰਦਰੋਂ ਨੇ ਆਪਣੇ ਘਰ ਜਾਣ ਤੋਂ ਪਹਿਲਾਂ ਨਣਦ ਦੇ ਪਿੰਡ ਜਾਣ ਵਾਲੀ ਬੱਸ ਫੜੀ। ਨਣਦ ਨੇ ਮੀਤੋ ਦਾ ਨੰਬਰ ਆਪਣੇ ਫੋਨ ਵਿੱਚ ਸੇਵ ਕਰ ਲਿਆ। ਮੀਤੋ ਦਾ ਫੋਨ ਨੰਬਰ ਲੈਣ ਤੋਂ ਬਾਅਦ ਕਿੰਦੇ ਲਈ ਸਬਰ ਔਖਾ ਹੋਇਆ ਪਿਆ ਸੀ। ਜੱਕੋ ਤੱਕੀ ਕਰਦਿਆਂ ਕਿੰਨੀ ਵਾਰ ਉਸਨੇ ਮੀਤੋ ਦਾ ਨੰਬਰ ਕੱਢਿਆ ਪਰ ਕਾਲ ਉੱਤੇ ਉਂਗਲ ਮਾਰਨ ਤੋਂ ਚੱਕ ਜਾਂਦਾ। ਆਖਰ ਬੇਸਬਰਾ ਹੋ ਕੇ ਲਾਈਨ ਮੀਤੋ ਨਾਲ ਜੋੜ ਲਈ। ਟਰੀ ਸੁਣ ਕੇ ਮੀਤੋ ਅਣਜਾਣ ਨੰਬਰ ਨੂੰ ਰਿਜੈਕਟ ਕਰਨੀ ਲੱਗੀ ਸੀ ਤਾਂ ਖਿਆਲ ਆ ਗਿਆ ਉਸਦਾ ਮੰਗੇਤਰ ਨਾ ਹੋਵੇ। ਉਸਨੇ ਸੁਣ ਲਿਆ। ਮੀਤੋ ਹੈਲੋ ਹੀ ਕਹਿਣ ਲੱਗੀ ਸੀ ਕਿ ਕਿੰਦਾ ਬੋਲ ਪਿਆ। ਜੀ ਮੈਂ ਹਰਮੀਤ ਨਾਲ ਗੱਲ ਕਰ ਸਕਦਾ? ਹਾਂਜੀ, ਮੈਂ ਹਰਮੀਤ ਹੀ ਹਾਂ, ਆਪਣੇ ਬਾਰੇ ਦੱਸੋ। ਹਰਮੀਤ ਜੀ, ਮੈਂ ਕੁਲਵਿੰਦਰ ਬੋਲ ਰਿਹਾ ਹਮੀਰੇ ਤੋਂ। ਮਾਮੀ ਜੀ ਤੁਹਾਡਾ ਨੰਬਰ ਦੇ ਗਏ ਸੀ, ਉਹਨੇ ਹੀ ਫੋਨ ਕਰਨ ਲਈ ਗਿਆ ਸੀ। ਕਿੰਦੇ ਨੇ ਆਪਣੀ ਕਾਲ ਦਾ ਠੀਕਰਾ ਮਾਮੀ ਸਿਰ ਭੰਨ ਦਿੱਤਾ। ਇਸ ਤੋਂ ਪਹਿਲਾਂ ਕਿ ਹਰਮੀਤ ਕੋਈ ਗੱਲ ਕਰਦੀ ਕਿੰਦਾ ਹੀ ਬੋਲ ਪਿਆ। ਅੱਜ ਕੱਲ੍ਹ ਕੀ ਕਰਦੇ ਹੋ ਤੁਸੀਂ? ਕਿਵੇਂ ਦਿਨ ਲੰਘਦੇ ਨੇ? ਪਹਿਲੀ ਵਾਰ ਕਿਸੇ ਮਰਦ ਨਾਲ ਗੱਲ ਤੋਂ ਹਰਮੀਤ ਨੂੰ ਝਾਕਾ ਲੱਗ ਰਿਹਾ ਸੀ। ਫਿਰ ਵੀ ਉਹ ਕਿੰਦੇ ਦੇ ਸਵਾਲਾਂ ਦੇ ਸੰਕੋਚਵੇਂ ਜਵਾਬ ਦੇ ਗਈ। ਫਿਰ ਫੋਨ ਤੇ ਗੱਲਬਾਤ ਦਾ ਸਿਲਸਿਲਾ ਦਿਨ ਵਿੱਚ 4-5 ਵਾਰ ਤੱਕ ਪਹੁੰਚ ਗਿਆ। ਰਿਸ਼ਤਾ ਪੱਕੇ ਹੋਏ ਨੂੰ ਮਹੀਨਾ ਕੁ ਲੰਘਿਆ ਸੀ ਕਿ ਕਿੰਦੇ ਨੇ ਹਰਮੀਤ ਨੂੰ ਕਿਤੇ ਮਿਲਣ ਦਾ ਸੱਦਾ ਦੇ ਦਿੱਤਾ। ਕੁਝ ਦਿਨ ਤਾਂ ਹਰਮੀਤ ਟਾਲਦੀ ਰਹੀ ਪਰ ਕਿੰਦੇ ਵੱਲੋਂ ਖਹਿੜੇ ਪੈਣ ਤੇ ਉਸਨੇ ਸਮਾਜ ਤੋਂ ਬਚਣ ਬਾਰੇ ਕਹਿ ਕੇ ਹਾਂ ਕਰ ਦਿੱਤੀ। ਹਰਮੀਤ ਦੀ ਹਾਂ ਤੇ ਪਰਦੇ ਵਾਲੀ ਗੱਲ ਸੁਣ ਕੇ ਕਿੰਦਾ ਖਿੜ ਗਿਆ। ਉਸਨੇ ਸ਼ਹਿਰ ਦੇ ਵੱਡੇ ਡਾਕਘਰ ਨੇੜਲੇ ਚੌਂਕ ਕੋਲ ਪਹੁੰਚਣ ਦੀ ਤਰੀਕ ਤੇ ਸਮਾਂ ਦੱਸ ਕੇ ਸੌਖੀ ਪਛਾਣ ਲਈ ਆਪਣਾ ਪਹਿਰਾਵਾ ਦੱਸ ਦਿੱਤਾ।
ਹਰਮੀਤ ਨੇ ਕਿੰਦੇ ਦੀ ਮੰਗ ਅਤੇ ਆਪਣੇ ਮੂੰਹੋਂ ਸਹਿਜਤਾ ਨਾਲ ਕਹਿ ਹੋਈ ਹਾਂ ਬਾਰੇ ਆਪਣੀ ਮੰਮੀ ਨੂੰ ਦੱਸਿਆ। ਬੱਚਿਆਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਦੇ ਹੋਏ ਮਹਿੰਦਰੋ ਨੇ ਹਾਮੀ ਭਰ ਦਿੱਤੀ ਤੇ ਹਰਮੀਤ ਮਿੱਥੇ ਸਮੇਂ ਤੇ ਡਾਕਘਰ ਕੋਲ ਪਹੁੰਚ ਗਈ। ਹਰਮੀਤ ਨੇ ਬੋਲਾਂ ਵਿੱਚ ਕਿਸੇ ਆਪਣੇ ਲਈ ਦਿੱਤੇ ਜਾਣ ਵਾਲਾ ਸਤਿਕਾਰ ਭਰਦਿਆਂ ਸਤਿ ਸ੍ਰੀ ਅਕਾਲ ਕਹਿੰਦਿਆਂ ਸਿਰ ਨਵਾਇਆ। ਕਿੰਦੇ ਨੇ ਇਕਾਂਤ ਬੈਠ ਕੇ ਗੱਲਾਂ ਕਰਨ ਬਾਰੇ ਕਹਿੰਦਿਆਂ ਹਰਮੀਤ ਨੂੰ ਸਕੂਟਰ ਪਿੱਛੇ ਬਿਠਾ ਲਿਆ। ਸ਼ਹਿਰ ਦੇ ਮਸ਼ਹੂਰ ਹੋਟਲ ਦੇ ਫੈਮਿਲੀ ਹਾਲ ਵਿੱਚ ਉਹਨਾਂ ਲੰਚ ਕੀਤਾ ਅਤੇ ਇਕੱਲੇ ਬੈਠਣ ਬਾਰੇ ਕਹਿ ਕੇ ਕਿੰਦਾ ਉਸ ਨੂੰ ਕਮਰੇ ਵਿੱਚ ਲੈ ਗਿਆ। ਸੋਫੇ 'ਤੇ ਬੈਠਿਆਂ ਦੋਵੇਂ ਭਵਿੱਖ ਦੀਆਂ ਯੋਜਨਾਵਾਂ ਉਲੀਕਦੇ ਰਹੇ। ਗੱਲਾਂ ਕਰਦਿਆਂ ਹਰਮੀਤ ਦੀ ਝਿਜਕ ਲੈਂਦੀ ਗਈ। ਉਸਨੇ ਵਿਆਹ ਤੋਂ ਬਾਅਦ ਪੜ੍ਹਾਈ ਜਾਰੀ ਰੱਖਣ ਵਾਲੀ ਆਪਣੀ ਸ਼ਰਤ ਕਿੰਦੇ ਨੂੰ ਯਾਦ ਕਰਾਈ, ਜਿਸ ਦਾ ਉਸਨੇ ਤਸੱਲੀ ਵਾਲਾ ਜਵਾਬ ਨਾ ਦਿੱਤਾ। ਕਿੰਦੇ ਦੀਆਂ ਗੱਲਾਂ ਤੇ ਹਰਕਤਾਂ ਤੋਂ ਹਰਮੀਤ ਨੂੰ ਅਣਹੋਣੀ ਦੇ ਝੌਲੇ ਪੈਣ ਲੱਗੇ। ਜਿੰਨਾ ਕੁ ਆਪਣੇ ਆਪ ਨੂੰ ਪਰੇ ਖਿਸਕਾਉਂਦੀ ਕਿੰਦਾ ਹੋਰ ਨੇੜੇ ਹੋ ਜਾਂਦਾ। ਹਰਮੀਤ ਨੂੰ ਸਕੂਲ ਵੇਲੇ ਮੈਡਮ ਪਰਮਜੀਤ ਦੀਆਂ ਸਿੱਖਿਆਵਾਂ, ਨਸੀਹਤਾਂ ਤੇ ਚੇਤਾਵਨੀਆਂ ਚੇਤੇ ਆਈਆਂ ਤੇ ਇੰਜ ਦੇ ਮੌਕੇ ਨਾ ਸੰਭਾਲੇ ਜਾਣ ਦੇ ਨਤੀਜਿਆਂ ਦਾ ਕਿਆ ਸੌਣ ਲੱਗਾ। ਉਸਨੇ ਸਭਿਅਕ ਜਿਹੇ ਸ਼ਬਦਾਂ ਵਿੱਚ ਕਿੰਦੇ ਨੂੰ ਆਪਾ ਸੰਭਾਲਣ ਲਈ ਕਿਹਾ। ਆਖਰ ਹੁਣ ਚੱਲੀਏ ਕਹਿ ਕੇ ਉਹ ਖੜੀ ਹੋਈ ਹੀ ਸੀ ਕਿ ਕਿੰਦਾ ਆਪਣੀ ਅਸਲੀ ਔਕਾਤ ਤੇ ਆ ਗਿਆ। ਹਰਮੀਤ ਨੇ ਉਸਦੀਆਂ ਅੱਖਾਂ 'ਚੋਂ ਸ਼ੈਤਾਨ ਭਾਪ ਲਿਆ। ਜਿਵੇਂ ਹੀ ਕਿੰਦੇ ਦੇ ਹੱਥ ਉਸ ਵੱਲ ਵਧੇ, ਕਿੰਦੇ ਦੀ ਗਲ ਤੇ ਵੱਜੇ ਕਰਾਰੇ ਥੱਪੜ ਨੇ ਉਸ ਦੀ ਸੁਰਤ ਭੁਲਾ ਦਿੱਤੀ। ਆਪਣੇ ਆਪ ਵਿੱਚ ਆਉਣ ਤੇ ਕਿੰਦੇ ਨੇ ਖਿੜਕੀ ਦੇ ਸ਼ੀਸ਼ੇ ਵਿੱਚ ਵੇਖਿਆ। ਤੇਜ਼ ਕਦਮ ਪੁੱਟਦੀ ਹੋਈ ਹਰਮੀਤ ਮੇਨ ਸੜਕ ਚੜ੍ਹ ਚੁੱਕੀ ਸੀ। ਬਾਥਰੂਮ ਜਾ ਕੇ ਉਸਨੇ ਸ਼ੀਸ਼ੇ 'ਚੋਂ ਆਪਣੇ ਚਿਹਰੇ ਤੇ ਨਜ਼ਰ ਮਾਰੀ। ਖੱਬੀ ਗਲ ਤੇ ਹਰਮੀਤ ਦੀਆਂ ਉਂਗਲਾਂ ਦੇ ਨਿਸ਼ਾਨ ਵੇਖ ਕੇ ਉਸਨੂੰ ਗਰਕ ਜਾਣ ਵਰਗਾ ਅਹਿਸਾਸ ਹੋਇਆ। ਮਰਦਾਨਵੀ ਗੈਰਤ ਉਸ ਦਾ ਮੂੰਹ ਚੜਾ ਰਹੀ ਸੀ। ਉਸਨੂੰ ਪਤਾ ਹੀ ਨਾ ਲੱਗਾ ਕਦ ਉਸਨੇ ਸ਼ੀਸ਼ੇ ਉੱਤੇ ਥੁੱਕ ਦਿੱਤਾ। ਠੱਕ ਕਰਕੇ ਬੰਦ ਕੀਤੇ ਬਾਥਰੂਮ ਦੇ ਦਰਵਾਜ਼ੇ ਦਾ ਖੜਕਾ ਸੁਣ ਕੇ ਬਹਿਰੇ ਨੇ ਆ ਬੈਲ ਵਜਾਈ। ਗਲ ਤੇ ਰੁਮਾਲ ਫੇਰਦੇ ਹੋਏ ਉਸਨੇ ਦਰਵਾਜ਼ਾ ਖੋਲ੍ਹਿਆ। ਬਹਿਰੇ ਨੂੰ ਠੀਕਾਂ ਕਹਿ ਕੇ ਪਰੇਸ਼ਾਨ ਨਾ ਕਰਨ ਲਈ ਕਿਹਾ। ਮੰਗੇਤਰ ਨੂੰ ਮਿਲ ਕੇ ਆਈ ਧੀ ਨੂੰ ਵੇਖਦਿਆਂ ਹੀ ਮਹਿੰਦਰੋ ਦਾ ਮੱਥਾ ਠਣਕਿਆ। ਕੀ ਹੋਇਆ ਪੁੱਛਣ ਲਈ ਉਸ ਦਾ ਗਲਾ ਸਾਥ ਨਹੀਂ ਸੀ ਦੇ ਰਿਹਾ। ਉਸ ਦਾ ਮਨ ਸਵਾਲਾਂ ਵਿੱਚ ਉਲਝ ਗਿਆ। ਇੱਕ ਗੱਲ ਸੋਚਦਿਆਂ ਕਿਸੇ ਨਤੀਜੇ 'ਚ ਨਾ ਪਹੁੰਚਦੀ ਕਿ ਹੋਰ ਸਵਾਲ ਪੈਦਾ ਹੋਣ ਲੱਗਦੇ। ਉਸ ਦੇ ਗੱਲ ਲੱਗੀ ਹਰਮੀਤ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਬਿਨਾਂ ਕੋਈ ਸਵਾਲ ਕੀਤੇ ਮਹਿੰਦਰੋ ਉਸ ਨੂੰ ਕਲਾਵੇ ਵਿੱਚ ਭਰ ਕੇ ਅੰਦਰ ਲੈ ਗਈ। ਸੋਫੇ 'ਤੇ ਬੈਠ ਕੇ ਵੀ ਹਰਮੀਤ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਮਹਿੰਦਰੋ ਨੇ ਬੱਬੀ ਹੱਥੋਂ ਪਾਣੀ ਵਾਲਾ ਗਲਾਸ ਫੜ ਕੇ ਮੀਤੋ ਦੇ ਮੂੰਹ ਲਾਇਆ। ਪਾਣੀ ਪੀ ਕੇ ਉਹ ਆਪਣੇ ਆਪ ਵਿੱਚ ਆਉਣ ਲੱਗੀ ਤੇ ਮੰਮੀ ਤੋਂ ਕੁਝ ਵੀ ਲੁਕੋ ਨਾ ਰੱਖਿਆ। ਮਹਿੰਦਰੋ ਬਾਹਰ ਗਈ ਤੇ ਠਰਮੇ ਦੇ ਨਾਲ ਪ੍ਰੀਤਮ ਸਿੰਘ ਨੂੰ ਮਾਜਰੇ ਤੋਂ ਜਾਣੂ ਕਰਵਾ ਦਿੱਤਾ। ਗੁੱਸੇ ਤੇ ਕਾਬੂ ਪਾ ਕੇ ਤੇ ਠਰਮੇ ਵਿੱਚ ਆ ਕੇ ਉਸਨੇ ਸਾਲੀ ਨੂੰ ਫੋਨ ਲਾਇਆ। ਮੂਹਰਿਓਂ ਪੁੱਛੀ ਸੁੱਖ ਸਾਂਦ ਦਾ ਜਵਾਬ ਦੇਣ ਦੀ ਥਾਂ ਉਸਨੇ ਉਸੇ ਵੇਲੇ ਹਮੀਰੇ ਵਾਲਿਆਂ ਨੂੰ ਰਿਸ਼ਤੇ ਦੀ ਨਾ ਪਹੁੰਚਾ ਦੇਣ ਬਾਰੇ ਕਹਿ ਕੇ ਫੋਨ ਕੱਟ ਦਿੱਤਾ। ਥੱਪੜ ਖਾਣ ਤੋਂ ਬਾਅਦ ਕਿੰਦਾ ਜ਼ਖਮੀ ਸੱਪ ਵਾਂਗ ਵਿਸਕੋਲਦਾ ਰਿਹਾ। ਉਸਨੇ ਵਿਸਕੀ ਦੇ ਕਈ ਪੈਗ ਆਰਡਰ ਕੀਤੇ ਪਰ ਨਸ਼ਾ ਨਹੀਂ ਸੀ ਹੋ ਰਿਹਾ। ਵਾਰ-ਵਾਰ ਪੈਗ ਮੰਗੇ ਜਾਣ ਤੋਂ ਵੇਟਰਾਂ ਨੂੰ ਖਤਰਾ ਹੋ ਗਿਆ ਕਿਤੇ ਹੋਟਲ ਵਿੱਚ ਕੋਈ ਚੰਦ ਨਾ ਚਾੜ ਦੇਵੇ। ਇੱਕ ਵੇਟਰ ਨੇ ਕਮਰਾ ਲੈਣ ਤੋਂ ਅੱਧੇ ਘੰਟੇ ਬਾਅਦ ਹਰਮੀਤ ਨੂੰ ਕਾਲੇ ਪੈਰੀ ਬਾਹਰ ਜਾਂਦੇ ਵੇਖਿਆ ਸੀ। ਉਸਨੇ ਮੈਨੇਜਰ ਨੂੰ ਦੱਸਿਆ ਤਾਂ ਉਸਨੂੰ ਹੋਰ ਸ਼ਰਾਬ ਤੋਂ ਮਨਾ ਕਰਕੇ ਕਮਰੇ ਦੀ ਹਰ ਗਤੀਵਿਧੀ ਤੇ ਨਜ਼ਰ ਰਖਵਾ ਦਿੱਤੀ। ਕਿੰਦੇ ਨੇ ਰਾਤ ਉਸਲ ਵੱਟੇ ਭੰਦਿਆਂ ਕੱਟੀ। ਸੀਨ ਚੇਤੇ ਕਰਦਿਆਂ ਹੀ ਉਸਨੂੰ ਹੋਰ ਥੱਪੜ ਵੱਜਦਾ ਮਹਿਸੂਸ ਹੁੰਦਾ। ਦੁਪਹਿਰੇ ਘਰ ਪਹੁੰਚਿਆ ਤਾਂ ਕਿਸੇ ਨੇ ਉਸਨੂੰ ਬੁਲਾਇਆ ਨਾ। ਉਸਦੀ ਮੰਮੀ ਨੇ ਕਿੱਥੋਂ ਆਇਆਂ ਬਾਰੇ ਨਾ ਪੁੱਛਿਆ। ਕਿੰਦੇ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਕੱਲ੍ਹ ਵਾਲੀ ਕਰਤੂਤ ਉਸ ਤੋਂ ਪਹਿਲਾਂ ਘਰ ਪਹੁੰਚ ਚੁੱਕੀ ਹੈ। ਬਿਨਾਂ ਕੱਪੜੇ ਬਦਲੇ ਉਹ ਬੈੱਡ 'ਤੇ ਜਾ ਡਿੱਗਾ ਤੇ ਨੀਂਦ ਨੇ ਪਕੜ ਵਿੱਚ ਲੈ ਲਿਆ। ਅਗਲੀ ਸਵੇਰ ਉੱਠਿਆ ਤਾਂ ਉਸਦੇ ਅੰਦਰੋਂ ਮਰਦਾਨਵੀ ਹੈਂਕੜ ਗਾਇਬ ਸੀ। ਰੋਜ਼ ਵਾਂਗ ਮਾਂ ਪਿਓ ਵਿੱਚੋਂ ਕਿਸੇ ਨੇ ਉਸਨੂੰ ਉਠਾਇਆ ਹੀ ਨਹੀਂ ਸੀ। ਪਰ ਕਮਰੇ ਵਿੱਚ ਆਈ ਮੰਮੀ ਨੂੰ ਉਸਦਾ ਉਤਰਿਆ ਮੂੰਹ ਵੇਖ ਕੇ ਤਰਸ ਆ ਗਿਆ। ਕਿੱਥੇ ਤੂੰ ਠੀਕ ਵੀ ਹੈ? ਮੂੰਹ ਧੋ ਕੇ ਰਸੋਈ 'ਚ ਆ ਜਾ। ਰਾਤੀ ਭੁੱਖਾ ਹੀ ਸੌਂ ਗਿਆ ਸੈਂ। ਮੈਂ ਤੇਰੇ ਲਈ ਗੋਭੀ ਵਾਲੇ ਪਰੌਂਠੇ ਲਾਉਣੀ ਆ। ਪੇਕਿਆਂ ਦਾ ਉਲਾਂਭਾ ਪਾਸੇ ਕਰਕੇ ਉਸਦੀ ਮਮਤਾ ਉੱਭਰ ਆਈ। ਸਵੇਰ ਦਾ ਖੇਤਾਂ ਨੂੰ ਗਿਆ ਕਿੰਦੇ ਦਾ ਬਾਪੂ ਦੇਰ ਰਾਤ ਘਰ ਮੁੜਿਆ। ਮੁੰਡੇ ਦੀ ਕਰਤੂਤ ਕਾਰਨ ਰਿਸ਼ਤਾ ਟੁੱਟਣ ਤੇ ਲੋਕ ਨਮੋਸ਼ੀ ਡਰੋਂ ਰਾਤੀ ਭੜਕਿਆ ਉਸਦਾ ਗੁੱਸਾ ਟੈਲਾ ਹੋ ਗਿਆ ਸੀ। ਦਿਨ ਦੇ ਕੰਮ ਦਾ ਥਕੇਵਾਂ ਵੀ ਸੀ। ਬਿਨਾਂ ਕੋਈ ਗੱਲ ਕੀਤੇ ਰੋਟੀ ਖਾ ਕੇ ਉਹ ਪੈ ਗਿਆ। ਲੱਤਾਂ ਘੁੱਟਣ ਦੇ ਬਹਾਨੇ ਰਾਜੋ ਉਸਦਾ ਰਹਿੰਦਾ ਗੁੱਸਾ ਵੀ ਸ਼ਾਂਤ ਕਰਕੇ ਉੱਠੀ। ਕਿੰਦਾ ਕਈ ਦਿਨ ਘਰੋਂ ਬਾਹਰ ਨਾ ਨਿਕਲਿਆ। ਆਪਣੇ ਕੋਲ ਨਸ਼ੇ ਵਾਲੀਆਂ ਕੁੜੀਆਂ ਘਟਦੀਆਂ ਵੇਖ ਕੇ ਉਸਨੇ ਮਿਕਦਾਰ ਘਟਾ ਲਈ। ਕੁੜੀਆਂ ਦੀ ਘਟਦੀ ਗਿਣਤੀ ਦੇ ਨਾਲ ਕਿੰਦਾ ਲੜਕ ਤੇ ਕਾਬੂ ਪਾਉਣ ਲੱਗਾ। ਆਖਰੀ ਪੁੜੀ ਤੇ ਉਸਨੇ 4 ਹਿੱਸੇ ਕਰ ਲਏ। 5ਵੇਂ ਦਿਨ ਲੱਗੀ ਤੋੜ ਨੇ ਉਸਨੂੰ ਤੰਗ ਤਾਂ ਕੀਤਾ ਪਰ ਮਨ ਤਕੜਾ ਕਰਕੇ
ਉਸਨੇ ਜ਼ਰ ਲਿਆ। ਉਹ ਹਰ ਘੰਟੇ ਮਾਂ ਤੋਂ ਕੁਝ ਖਾਣ ਲਈ ਮੰਗਣ ਲੱਗ ਪਿਆ। ਮਾਪਿਆਂ ਨੂੰ ਪੁੱਤ ਦੇ ਨਸ਼ੇੜੀ ਹੋਣ ਦਾ ਪਤਾ ਕੁਝ ਮਹੀਨੇ ਪਹਿਲਾਂ ਹੀ ਲੱਗਾ ਸੀ, ਤਾਂ ਹੀ ਉਹ ਵਿਆਹ ਦੀ ਕਾਹਲੀ ਕਰਨ ਲੱਗੇ ਸੀ। ਘਰ ਰਹਿੰਦੇ ਮੁੰਡੇ ਨੂੰ ਆਪਣੇ ਆਪ ਵਿੱਚ ਆਉਂਦੇ ਵੇਖ ਕੇ ਰਾਜੂ ਦਾ ਮਨ ਸ਼ਾਦੀਪਨ ਲੱਗਾ ਕਿ ਮੋੜਾ ਪੈ ਗਿਆ। ਉਸਦੇ ਹੱਥ ਰੱਬ ਦੇ ਸ਼ੁਕਰਾਨੇ ਵਿੱਚ ਜੁੜਨ ਲੱਗ ਪਏ। ਉਸਨੇ ਪਿੰਨੀਆਂ ਬਣਾਈਆਂ। ਖਾਣ ਲਈ ਕੁਝ ਮੰਗਣ ਤੇ ਉਹ ਪਿੰਨੀਆਂ ਵਾਲਾ ਡੱਬਾ ਮੂਹਰੇ ਕਰ ਦਿੰਦੀ। ਕਿੰਦੇ ਦੇ ਘਰ ਰਹਿਣ ਵਾਲੇ ਦਿਨ ਤੋਂ ਬਾਅਦ ਰਾਜੂ ਨੇ ਵੇਖਿਆ ਕਿ ਉਹ ਅਲਮਾਰੀ ਵਿੱਚ ਪਈਆਂ ਕਿਤਾਬਾਂ ਦੀ ਝਾੜ ਪੂੰਝ ਕਰਕੇ ਪੜ੍ਹਨ ਲੱਗ ਪਿਆ ਸੀ। ਰਾਤ ਨੂੰ ਦੇਰ ਤੱਕ ਉਸਦੇ ਹੱਥ ਕਿਤਾਬ ਹੁੰਦੀ। ਰਾਜੂ ਨੂੰ ਉਸਦੇ ਸੁਭਾਅ ਤੇ ਆਦਤਾਂ ਵਿੱਚ ਬਦਲਾਅ ਆਉਂਦਾ ਮਹਿਸੂਸ ਹੋਣ ਲੱਗਾ। ਪੁੱਤ ਦੀ ਹਰ ਹਰਕਤ ਉਹ ਰਾਤ ਨੂੰ ਘਰ ਆਏ ਪਤੀ ਨਾਲ ਸਾਂਝੀ ਕਰਦੀ। ਘੰਟਾ 2 ਘੰਟਾ ਕਹਿ ਕੇ ਸਾਰਾ ਦਿਨ ਘਰੋਂ ਬਾਹਰ ਰਹਿਣ ਵਾਲਾ ਕਿੰਦਾ ਦੋਸਤਾਂ ਤੋਂ ਟਾਲਾ ਵੱਟਣ ਲੱਗ ਪਿਆ ਸੀ। ਕਿਸੇ ਦਾ ਫੋਨ ਆਉਂਦਾ, ਨੰਬਰ ਵੇਖ ਕੇ ਜਾਂ ਤਾਂ ਉਹ ਚੁੱਕਦਾ ਹੀ ਨਾ ਤੇ ਜਾਂ ਕਿਤੇ ਬਾਹਰ ਹੋਣ ਦਾ ਝੂਠ ਬੋਲ ਦਿੰਦਾ। ਰਾਜੂ ਉਸ ਨੂੰ ਗੱਲੀ ਲਾਉਣ ਲੱਗ ਪਈ ਤਾਂ ਕਿੰਦੇ ਨੇ ਹੋਟਲ ਵਾਲੀ ਕਰਤੂਤ ਸੱਚੋ ਸੱਚ ਦੱਸ ਦਿੱਤੀ। ਉਸਨੇ ਮਾਂ ਕੋਲ ਆਪਣਾ ਮਨ ਫਰੋਲਦਿਆਂ ਵੀ ਦੱਸ ਦਿੱਤਾ ਕਿ ਉਹ ਆਪਣੇ ਆਪ ਨੂੰ ਹਰਮੀਤ ਦੇ ਲਾਇਕ ਬਣਾ ਕੇ ਉਸ ਤੋਂ ਗਲਤੀ ਮਾਫ ਕਰਾਏਗਾ ਤੇ ਫਿਰ ਆਪ ਜਾ ਕੇ ਉਸਦੇ ਮਾਪਿਆਂ ਤੋਂ ਮਾਫੀ ਮੰਗ ਕੇ ਉਸਨੂੰ ਆਪਣੇ ਸੁਧਰ ਜਾਣ ਦਾ ਭਰੋਸਾ ਦੇ ਕੇ ਝੋਲੀ ਅੱਡ ਹਰਮੀਤ ਦਾ ਹੱਥ ਮੰਗੇਗਾ। ਝੋਲੀ ਅੱਡਣ ਵਾਲੀ ਗੱਲ ਤੇ ਰਾਜੂ ਅੰਦਰਲੀ ਹਉਮੈ ਨੇ ਸਿਰ ਜ਼ਰੂਰ ਚੁੱਕਿਆ, ਪਰ ਮੂੰਹੋਂ ਕੁਝ ਨਾ ਬੋਲੀ। 2 ਕੁ ਮਹੀਨੇ ਲੰਘੇ ਤਾਂ ਕਿੰਦਾ ਖੇਤਾਂ ਵੱਲ ਜਾ ਕੇ ਕੰਮ ਵਿੱਚ ਹੱਥ ਵਡਾਉਣ ਲੱਗ ਪਿਆ। ਉਹ ਅੱਜ ਹੋਰ ਕੱਲ ਹੋਰ ਹੁੰਦਾ ਗਿਆ। ਇੱਕ ਦਿਨ ਉਸਨੇ ਹਰਮੀਤ ਨੂੰ ਕਈ ਫੋਨ ਕੀਤੇ, ਪਰ ਮੂਹਰਿਓਂ ਕਿਸੇ ਨੇ ਚੁੱਕਿਆ ਨਹੀਂ। ਉਸਨੇ ਆਪਣੇ ਆਪ ਨੂੰ ਸਵਾਲ ਕੀਤਾ, ਜਦੋਂ ਸਾਡਾ ਕੋਈ ਵਾਸਤਾ ਹੀ ਨਹੀਂ ਰਿਹਾ ਤਾਂ ਗੱਲ ਕਿਉਂ ਕਰੂਗੀ। ਉਸਨੇ 2 ਰਾਤਾਂ ਜਾਗਦਿਆਂ ਲੰਘਾ ਦਿੱਤੀਆਂ। ਹਰਮੀਤ ਉਸਦੀ ਰੂਹ ਵਿੱਚ ਰਚ ਚੁੱਕੀ ਸੀ। ਉਸਨੇ ਹਰਮੀਤ ਦੇ ਮਨ 'ਚੋਂ ਆਪਣੇ ਪ੍ਰਤੀ ਨਫ਼ਰਤ ਹੋਣ ਦਾ ਨਿਸ਼ਚਾ ਕਰ ਲਿਆ। ਕਿਤਾਬਾਂ 'ਚੋਂ ਉਹ ਉਹਨਾਂ ਲੋਕਾਂ ਦੀਆਂ ਉਦਾਹਰਨਾਂ ਪੜ੍ਹ ਚੁੱਕਾ ਸੀ ਜਿਨ੍ਹਾਂ ਨੇ ਅਣਥੱਕ ਹੋ ਕੇ ਅਸੰਭਵ ਨੂੰ ਸੰਭਵ ਕਰ ਵਿਖਾਇਆ ਸੀ। ਉਹ ਆਪਣੇ ਆਪ ਨੂੰ ਉਹਨਾਂ ਸਫਲ ਲੋਕਾਂ ਮੂਹਰੇ ਖੜਾ ਕੇ ਆਪਣੇ ਮਨ ਨੂੰ ਸਵਾਲ ਕਰਨ ਲੱਗ ਪਿਆ, ਜੇ ਉਹ ਆਪਣੇ ਇਰਾਦਿਆਂ ਵਿੱਚ ਸਫਲ ਹੋ ਗਏ ਸੀ ਤਾਂ ਮੈਂ ਉਹਨਾਂ ਤੋਂ ਕਿਧਰੇ ਘੱਟ ਹਾਂ। ਆਪਣੇ ਆਪ ਨੂੰ ਕੀਤੇ ਸਵਾਲ ਤੇ ਉਸਦਾ ਮਨ ਆਪੇ ਹੀ ਸਫਲਤਾ ਦੀ ਗਵਾਹੀ ਭਰਨ ਲੱਗਦਾ ਤੇ ਉਹ ਹੋਰ ਤਕੜਾ ਹੋ ਗਿਆ ਮਹਿਸੂਸ ਕਰਨ ਲੱਗਦਾ। ਰਿਸ਼ਤਾ ਟੁੱਟਣ ਤੋਂ ਬਾਅਦ ਤਿੰਨਾਂ ਰਿਸ਼ਤੇਦਾਰਾਂ ਨੇ ਇੱਕ ਦੂਜੇ ਤੋਂ ਚੁੱਪ ਵੱਟ ਲਈ ਸੀ। 3-4 ਮਹੀਨੇ ਲੰਘੇ ਹੋਣਗੇ। ਕਿੰਦੇ ਨੇ ਮਾਂ-ਬਾਪ ਨੂੰ ਉਸਦੇ ਨਾਲ ਚੱਲਣ ਲਈ ਬਣਾ ਲਿਆ। ਮਾਪਿਆਂ ਨੂੰ ਝਾਕਾ ਤਾਂ ਲੱਗ ਰਿਹਾ ਸੀ, ਪਰ ਪੁੱਤਰ ਵਿੱਚ ਆਏ ਬਦਲਾਅ ਮੂਹਰੇ ਆਕੜਾਂ ਫਿੱਕੀਆਂ ਪੈ ਗਈਆਂ। ਉਹਨਾਂ ਨੂੰ ਮੀਤੋ ਦੇਵੀ ਜਾਪਣ ਲੱਗੀ, ਜਿਸ ਦੀ ਜੁਰਤ ਨੇ ਕਿੰਦੇ ਨੂੰ ਧੁਰ ਅੰਦਰ ਤੱਕ ਬਦਲ ਦਿੱਤਾ ਸੀ। ਕਿੰਦੇ ਨੇ ਬਾਪੂ ਨੂੰ ਉਸੇ ਮਾਡਲ ਵਾਲੀ ਕਾਰ ਲੈਣ ਲਈ ਬਣਾ ਲਿਆ ਸੀ ਜਿਸ ਦੀ ਮੰਗ ਉਹਨਾਂ ਹਰਮੀਤ ਦੇ ਮਾਪਿਆਂ ਤੋਂ ਕੀਤੀ ਸੀ। ਕਾਰ ਦੀ ਕੀਮਤ ਵਿੱਚੋਂ ਘਟਦੀ ਰਕਮ ਦੇ ਕਰਜ਼ੇ ਦਾ ਪ੍ਰਬੰਧ ਕਿੰਦੇ ਨੇ ਬੈਂਕ ਵਿੱਚ ਲੱਗੇ ਆਪਣੇ ਆੜੀ ਰਾਹੀਂ ਕਰ ਲਿਆ ਸੀ। ਸ਼ਾਮ ਤੱਕ ਨਵੀਂ ਕਾਰ ਉਹਨਾਂ ਦੇ ਘਰ ਖੜੀ ਸੀ। 2 ਦਿਨ ਬਾਅਦ ਬਿਨਾਂ ਕਿਸੇ ਨੂੰ ਦੱਸੇ ਉਹਨਾਂ ਦੀ ਕਾਰ ਨੂਰ ਦੀ ਪਿੰਡ ਦਾ ਫਾਸਲਾ ਘਟਾ ਰਹੀ ਸੀ। ਕਿੰਦਾ ਸਹਿਜ ਜਿਹਾ ਹੋ ਕੇ ਕਾਰ ਚਲਾ ਰਿਹਾ ਸੀ। ਉਸਦੇ ਮਨ ਵਿੱਚ ਹਰਮੀਤ ਤੇ ਉਸਦੇ ਮਾਪਿਆਂ ਤੋਂ ਫੈਸਲਾ ਬਦਲਵਾ ਸਕਣ ਦੀ ਉਧੇੜ ਬੁਣ ਚੱਲੀ ਜਾ ਰਹੀ ਸੀ। ਭਾਵੇਂ ਉਹ ਭਰੋਸੇ ਵਿੱਚ ਸੀ, ਪਰ ਕਦੇ-ਕਦੇ ਡਰ ਸਿਰ ਚੁੱਕ ਲੈਂਦਾ, ਜੇ ਨਿਰਾਸ਼ ਮੁੜਨਾ ਪਿਆ ਤਾਂ ਕਿਤੇ ਮੇਰਾ ਮਨ ਸੱਚਾਈ ਦੀ ਜਿੱਤ ਵਾਲੇ ਵਿਸ਼ਵਾਸ ਤੋਂ ਥਿੜਕ ਨਾ ਜਾਏ। ਕਿੰਦੇ ਨੇ ਮੀਤੋ ਦੇ ਘਰ ਅੱਗੇ ਜਾ ਕੇ ਮਾਪਿਆਂ ਨੂੰ ਲਾਇਆ ਤੇ ਆਪ ਕਾਰ ਨੂੰ ਮੋੜ ਕੇ ਲਾਉਣ ਲੱਗਾ। ਕਾਰ ਪਾਰ ਕਰਕੇ ਉਹ ਪ੍ਰੀਤਮ ਸਿੰਘ ਦੇ ਗੋਡੇ ਹੱਥ ਲਾਉਣ ਲਈ ਚੁੱਕਿਆ ਤਾਂ ਦੋਵੇਂ ਹੱਥਾਂ ਦੀ ਪਕੜ ਵਿੱਚੋਂ ਮਹਿਸੂਸ ਹੋਏ ਨਿੱਘ ਨੇ ਉਸਦਾ ਹੌਸਲਾ ਵਧਾ ਦਿੱਤਾ। ਰਾਜੋ ਨੂੰ ਵੀ ਮਹਿੰਦਰੋ ਦੀ ਜੱਫੀ ਵਿੱਚੋਂ ਬੇਗਾਨਗੀ ਮਹਿਸੂਸ ਨਾ ਹੋਈ। ਪ੍ਰਾਹੁਣਿਆਂ ਨੂੰ ਬੈਠਕ ਵਿੱਚ ਬਹਾ ਕੇ ਮਹਿੰਦਰੋ ਰਸੋਈ ਵੱਲ ਜਾਣ ਲੱਗੀ ਤਾਂ ਰਾਜੋ ਨੇ ਉਸਦੇ ਹੱਥ ਫੜ ਕੇ ਕੋਲ ਬਹਾ ਲਿਆ। ਅਸਲ ਵਿੱਚ ਰਾਜੋ ਹੋਰੀ ਆਪਣਾ ਮਾੜਾ ਪ੍ਰਭਾਵ ਧੋ ਕੇ ਹੀ ਗੱਲ ਤੋਰਨ ਦੀ ਵਿਉਂਤਬੰਦੀ ਕਰਕੇ ਆਏ ਸਨ। ਅਸੀਂ ਤਾਂ ਜੀ ਅੱਜ ਤੁਹਾਡੇ ਤੋਂ ਮਾਫੀ ਮੰਗਣ ਆਏ ਹਾਂ। ਮੁੰਡੇ ਤੋਂ ਅਣਜਾਣੇ 'ਚ ਜੋ ਗਲਤੀ ਹੋਈ ਸੀ ਉਸ ਲਈ ਅਸੀਂ ਤਿੰਨੇ ਬੜੇ ਸ਼ਰਮਸਾਰ ਹਾਂ। ਪਰ ਭਾਜੀ ਸੱਚ ਦੱਸਾਂ, ਕਈ ਵਾਰ ਨਾ ਉਹ ਡਾਢਾ ਕੌਤਕ ਵਿਖਾਉਂਦਾ ਹੈ। ਅੱਜ ਮੈਂ ਤੁਹਾਨੂੰ ਉਹ ਸੱਚ ਵੀ ਦੱਸਾਂਗੀ ਜੋ ਰਿਸ਼ਤੇ ਵੇਲੇ ਮੇਰੀ ਮਮਤਾ ਨੇ ਜ਼ੁਬਾਨ 'ਤੇ ਨਹੀਂ ਸੀ ਆਉਣ ਦਿੱਤਾ। ਰਾਜੂ ਨੇ ਜਾਣੇ ਅਣਜਾਣੇ ਕਹਿ ਕੇ ਮਮਤਾ ਨੂੰ ਝੂਠੀ ਪੈਣ ਤੋਂ ਬਚਾ ਲਿਆ ਸੀ ਤੇ ਆਪਣੇ ਆਪ ਨੂੰ ਕੁੜੀ ਵਾਲਿਆਂ ਮੂਹਰੇ ਤਰਸ ਦੇ ਪਾਤਰ ਵੀ ਬਣਾ ਲਿਆ। ਇਹ ਕਾਲਜ ਪਾਸ ਕਰਕੇ ਹਟਿਆ ਹੀ ਸੀ ਕਿ ਨਸ਼ੇੜੀ ਯਾਰ ਬੇਲੀਆਂ ਦੇ ਡੈ ਚੜ ਗਿਆ। ਸਾਨੂੰ ਵੀ 2-3 ਮਹੀਨੇ ਬਾਅਦ ਪਤਾ ਲੱਗਿਆ ਸੀ। ਅਸੀਂ ਸਿਰ ਦੀਆਂ ਠੀਕਰੀਆਂ ਪਾ ਲਈਆਂ, ਪਰ ਇਸ 'ਤੇ ਅਸਰ ਨਾ ਹੋਇਆ। ਤੁਹਾਡੇ ਵਰਗੇ ਸੱਜਣ ਨੇ ਕਿਹਾ ਵਿਆਹ ਕਰ ਦਿਓ, ਆਪੇ ਸੁਧਰ ਜਾਊਗਾ। ਇਸੇ ਕਰਕੇ ਅਸੀਂ ਭਾਬੀ ਜੋਗਿੰਦਰੋਂ ਦਾ ਤਰਲਾ ਮਾਰਿਆ ਸੀ। ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ। ਕੁੜੀ ਦੀ ਇੱਕ ਚਪੇੜ ਨੇ ਮੁੰਡੇ ਦੀ ਆਦਤ ਤਾਂ ਕੀ, ਇਸ ਦਾ ਖੂਨ ਬਦਲ ਕੇ ਰੱਖਤਾ। ਭਾਜੀ ਸੱਚ ਦੱਸਦੀ ਹਾਂ, ਯਕੀਨ ਨਹੀਂ ਆਉਂਦਾ, ਇਹ ਉਹੀ ਕਿੰਦਰ ਆ। ਰਾਜੂ ਗੱਲਾਂ ਦੇ ਨਾਲ ਨਾਲ ਸੁਣਨ ਵਾਲਿਆਂ 'ਤੇ ਪੈਂਦਾ ਪ੍ਰਭਾਵ ਵੀ ਨੋਟ ਕਰੀ ਜਾ ਰਹੀ ਸੀ।
ਆਖਰ ਦੋਹਾਂ ਨੇ ਮੰਗਵੇਂ ਅੰਦਾਜ਼ ਵਿੱਚ ਰਿਸ਼ਤੇ ਨੂੰ ਬਣੇ ਰਹਿਣ ਦਾ ਤਰਲਾ ਮਾਰ ਕੇ ਆਪਣੇ ਆਪ ਨੂੰ ਤਰਸ ਦੇ ਪਾਤਰ ਬਣਾ ਲਿਆ। ਤਦੇ ਹਰਮੀਤ ਚਾਹ ਲੈ ਆਈ। ਰਾਜੋ ਉੱਠੀ ਤੇ ਕੁੜੀ ਨੂੰ ਬਾਹਾਂ ਵਿੱਚ ਕੁੱਟਦਿਆਂ ਮੋਹ ਜਤਾਉਂਦੇ ਹੋਏ ਭਾਵੁਕਤਾ ਦੇ ਹੜ ਵਿੱਚ ਰੋੜ ਲਿਆ। ਮਹਿੰਦਰੋ ਚਾਹ ਦੇ ਨਾਲ ਨਿਕ ਸੁੱਖ ਵਰਤਾਉਣ ਲੱਗ ਪਈ। ਕਿੰਦਾ ਹਰਮੀਤ ਮੋਹਰੇ ਨੀਵੀਂ ਪਈ ਬੈਠਾ ਸੀ। ਹਰਮੀਤ ਹੈਰਾਨ ਸੀ ਕਿ ਇਸ ਦੀ ਉਸ ਦਿਨ ਵਾਲੀ ਹੈਵਾਨੀਅਤ ਕਿੱਧਰ ਗਈ। ਸਾਵੇਂ ਜਿਹੇ ਮਾਹੌਲ ਵਿੱਚ ਹੋਰ ਗੱਲਾਂ ਵੀ ਹੁੰਦੀਆਂ ਰਹੀਆਂ। ਰਾਜੂ ਨੇ ਦਾਜ ਅਤੇ ਨੱਕ ਰਹਿਣ ਵਾਲੀਆਂ ਗੱਲਾਂ ਨੂੰ ਪਾਸੇ ਸੁੱਟਦਿਆਂ ਕੁੜੀ ਨੂੰ 3 ਕੱਪੜਿਆਂ ਵਿੱਚ ਤੋਰਨ ਦੀ ਮੰਗ ਕਰਦਿਆਂ ਝੋਲੀ ਅੱਡਣ ਵਾਂਗ ਚੁੰਨੀ ਦੇ ਦੋਹੇ ਪੱਲੇ ਫੜ ਲਏ। ਮਹਿੰਦਰੋ ਨੇ ਸ਼ਰਮਿੰਦਗੀ ਦਾ ਅਹਿਸਾਸ ਕਰਦਿਆਂ ਰਾਜੂ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈ ਲਏ। ਭਾਵੁਕ ਮਾਹੌਲ ਵਿੱਚ ਪ੍ਰੀਤਮ ਸਿੰਘ ਨੇ ਮਹਿੰਦਰੋ ਦਾ ਇਸ਼ਾਰਾ ਸਮਝਿਆ ਤੇ ਫਿਰ ਧੀ ਦੀਆਂ ਅੱਖਾਂ 'ਚੋਂ ਹਾਂ ਦੀ ਝਲਕ ਵੇਖ ਕੇ ਕਿੰਦੇ ਦੇ ਬਾਪ ਨੂੰ ਜੱਫੀ ਵਿੱਚ ਲੈ ਲਿਆ। ਟੁੱਟੀ ਟਾਹਣੀ ਫਿਰ ਹਰੀ ਹੋ ਕੇ ਲੈ ਕਰਨ ਲੱਗ ਪਈ। ਕਿੰਦੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਪਹਿਲਾਂ ਰੱਬ ਦਾ ਸ਼ੁਕਰਾਨਾ ਕਰੇ ਜਾਂ ਹਰਮੀਤ ਦੇ ਹੱਥ ਫੜ ਕੇ ਆਪਣੇ ਮੱਥੇ ਤੇ ਲਾਏ। ਸੁਖਾਵੇਂ ਮਾਹੌਲ ਵਿੱਚ ਵਿਆਹ ਦੇ ਪ੍ਰੋਗਰਾਮ ਤੈਅ ਹੋਣ ਲੱਗ ਪਏ। ਪਿਛਲੀ ਵਾਰ ਵਿਚੋਲਣ ਰਾਹੀਂ ਮੰਗਾਂ ਰੱਖਣ ਵਾਲਿਆਂ ਦੇ ਸਿਰ ਨਾਂਹ ਵਿੱਚ ਹਿਲ ਰਹੇ ਸਨ। ਵਾਰ-ਵਾਰ ਰਾਜੂ ਦੀ ਸੂਈ ਚੁੰਨੀ ਚੜਾਉਣ ਵਾਲੀ ਗੱਲ ਤੇ ਅੜਕ ਜਾਂਦੀ। ਆਖਰ ਥੋੜੀ ਜਿਹੀ ਬਰਾਤ ਅਤੇ ਦਹੇਜ ਮੁਕਤ ਰਸਮ ਤੇ ਸਹਿਮਤੀ ਪ੍ਰਗਟਾ ਕੇ ਆਉਂਦੇ ਅਗਲੇ ਐਤਵਾਰ ਦਾ ਦਿਨ ਪੱਕਾ ਹੋ ਗਿਆ। ਮੁੰਡੇ ਦੇ ਟੁੱਟੇ ਰਿਸ਼ਤੇ ਨੂੰ ਗੰਢ ਮਾਰ ਕੇ ਖੁਸ਼ੀ ਵਿੱਚ ਖੀਵੇ ਹੋਏ ਮਾਪਿਆਂ ਦੀ ਪੂਰੀ ਸੁਰਤ ਉਦੋਂ ਵਰਤੀ ਜਦੋਂ ਕਿੰਦਾ ਨਾਨਕਿਆਂ ਦਾ ਦਰ ਖੁਲਵਾਉਣ ਲਈ ਹੌਰਨ ਮਾਰੀ ਜਾ ਰਿਹਾ ਸੀ। ਉਂਝ ਵੀ ਮੁੰਡੇ ਦੇ ਵਿਆਹ ਦਾ ਪਹਿਲਾ ਨਿਉਤਾ ਨਾਨਕਿਆਂ ਨੂੰ ਦੇਣਾ ਬਣਦਾ ਸੀ। ਵਧਾਈਆਂ ਦੇ ਨਾਲ ਨਣਦ ਭਾਬੀ ਤੇ ਸਾਲੇ ਜੀਜੇ ਦੀਆਂ ਜੱਫੀਆਂ ਦੀ ਪਕੜ ਢਿੱਲੀ ਨਹੀਂ ਸੀ ਹੋ ਰਹੀ। ਕਿੰਦਾ ਪਿੱਛੇ ਖੜਾ ਦ੍ਰਿਸ਼ ਵੇਖ ਕੇ ਮਾਨ ਨਾਲ ਚੌੜਾ ਹੋਈ ਜਾ ਰਿਹਾ ਸੀ। ਆਪਣੀ ਗਲਤੀ ਕਾਰਨ ਰਿਸ਼ਤਿਆਂ ਵਿੱਚ ਆਈ ਖਟਾਸ ਨੂੰ ਮਿਠਾਸ ਵਿੱਚ ਬਦਲਣਾ ਮਾਣ ਵਾਲੀ ਗੱਲ ਸੀ। ਕਿੰਦੇ ਵੱਲ ਟੀਰੀ ਅੱਖ ਚੱਕਣ ਵਾਲੇ ਮਾਮਾ ਮਾਮੀ ਨੂੰ ਉਸ ਤੇ ਫਖਰ ਹੋਣ ਲੱਗਾ। ਉਹ ਨਾਨਕ ਸ਼ੱਕ ਬਾਰੇ ਗੱਲ ਛੇੜਨ ਹੀ ਲੱਗੇ ਸੀ ਕਿ ਰਾਜੂ ਨੇ ਗੱਲ ਖੋਲ੍ਹ ਦਿੱਤੀ ਕਿ ਉਹਨਾਂ ਨੂੰ ਚੀਜ਼ਾਂ ਦੀ ਥਾਂ ਸਿਰਫ ਪਿਆਰ ਤੇ ਅਸੀਸਾਂ ਦੀ ਲੋੜ ਹੈ। ਵਿਆਹ ਵਾਲੇ ਦਿਨ ਦੋਹਾਂ ਪਰਿਵਾਰਾਂ ਦੇ ਚਾਵਾਂ ਦੀ ਝਲਕ ਉਹਨਾਂ ਦੇ ਚਿਹਰਿਆਂ ਤੋਂ ਡੁੱਲ ਪੈ ਰਹੀ ਸੀ। ਸੁਹਿਰਦ ਰਿਸ਼ਤੇਦਾਰਾਂ ਤੋਂ ਵੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਸਹੁਰੇ ਘਰ ਪੈਰ ਪਾ ਕੇ ਹਰਮੀਤ ਨੂੰ ਉਹ ਆਪਣਾ ਲੱਗਣ ਲੱਗ ਪਿਆ। ਕਿੰਦੇ ਦੇ ਵਰਤਾਅ ਕਾਰਨ ਦਿਨ ਬ ਦਿਨ ਉਸਦੀ ਆਪਣਤ ਵੱਧਦੀ ਗਈ। ਹੋਟਲ ਵਾਲੀ ਗੱਲ ਯਾਦ ਕਰਕੇ ਉਹ ਥੱਪੜ ਵਾਲੇ ਹੌਸਲੇ ਲਈ ਮੈਡਮ ਪਰਮਜੀਤ ਦੇ ਸਾਹਮਣੇ ਜਾ ਖੜੋਂਦੀ। ਕਿੰਦੇ ਦਾ ਬਦਲਾ ਚਿਤਵਦਿਆਂ ਉਸਦੇ ਕੰਨੀ ਮਾਸਟਰ ਮਨਜੀਤ ਸਿੰਘ ਦੇ ਸ਼ਬਦ ਗੂੰਜਣ ਲੱਗ ਜਾਂਦੇ। ਉਹ ਕਿਆ ਕਰਦੇ ਸੀ? ਘਟਨਾ ਤੇ ਅੱਖਰ ਰੱਬ ਤੋਂ ਵੱਡੀ ਕਰਾਮਾਤ ਕਰ ਜਾਂਦੇ ਨੇ। ਬੰਦੇ ਦੇ ਮਨ ਵਿੱਚ ਚੰਗਿਆਈ ਦੀ ਚਿਣਗ ਬਾਲ ਦਿੰਦੀਆਂ ਨੇ ਘਟਨਾਵਾਂ ਤੇ ਉਂਗਲੀ ਫੜ ਕੇ ਤੋਰ ਲੈਂਦੀ ਹੈ। ਮਨ ਵਿੱਚ ਕਰ ਗਈ ਸ਼ਬਦਾਂ ਵਿੱਚ ਲਿਪਟੀ ਉਤਾਰਨ। ਕਿੰਦੇ ਨੂੰ ਸ਼ਬਦ ਥੱਪੜ ਚੰਗਾ ਲੱਗਣ ਲੱਗ ਪਿਆ। ਜ਼ਿੰਦਗੀ ਦੇ ਉਤਰਾਅ ਚੜਾਅ ਚਿਤਵਦਿਆਂ ਉਸਨੂੰ ਉਹ ਥੱਪੜ ਕਰਾਮਾਤੀ ਲੱਗਦਾ, ਜਿਸ ਦੇ ਇੱਕੋ ਧੱਕੇ ਨਾਲ ਉਸਨੇ ਨਰਕ ਤੋਂ ਸਵਰਗ ਤੱਕ ਦਾ ਸਫ਼ਰ ਤੈਅ ਕਰ ਲਿਆ ਸੀ।